ਵਿਨਿੰਗ ਪੰਜਾਬ ਦਾ ਵਿਸ਼ੇਸ਼ ਪ੍ਰੋਗਰਾਮ ਸਵੇਰ ਸਾਂਝ ਲੈ ਕੇ ਦਰਸ਼ਕਾਂ ਦੇ ਰੂਬਰੂ ਹਾਂ। ਇਸ ਪ੍ਰੋਗਰਾਮ ਵਿੱਚ ਦਰਸ਼ਕਾਂ ਨਾਲ ਸਾਂਝ ਪਾਵਾਂਗੇ ਬੀਤੇ ਦਿਨ ਹੋਈਆਂ ਅਹਿਮ ਰਾਜਨੀਤਿਕ ਘਟਨਾਵਾਂ ਦੀ ਤੇ ਗੱਲ ਕਰਾਂਗੇ ਅੱਜ ਹੋਣ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਦੀ। ਕੱਲ ਬੀਤੇ ਦਿਨ ਸਿੱਧੂ ਮੂਸੇਵਾਲ ਨੇ ਕਾਂਗਰਸ ਪਾਰਟੀ ਵਿੱਚ ਐਂਟਰੀ ਲਈ ਹੈ। ਕਾਂਗਰਸ ਪਾਰਟੀ ਨੇ ਜਿਸ ਤਰੀਕੇ ਨਾਲ ਉਸ ਦਾ ਸਵਾਗਤ ਕੀਤਾ, ਅੱਜ ਤੱਕ ਮੇਰਾ ਨਹੀਂ ਖਿਆਲ ਕਦੇ ਕਿਸੇ ਨੇਤਾ ਦਾ ਅਜਿਹਾ ਸਵਾਗਤ ਕਾਂਗਰਸ ਪਾਰਟੀ ਵੱਲੋਂ ਕੀਤਾ ਹੋਵੇ, ਚਾਹੇ ਉਹ ਸੁਖਪਾਲ ਖਹਿਰਾ ਹੋਵੇ, ਚਾਹੇ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਸਮੇਂ-ਸਮੇਂ ਤੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਲੜ ਫੜਿਆ। ਇਹੋ ਜਿਹਾ ਮਾਨ ਸਤਿਕਾਰ ਮੇਰਾ ਨਹੀਂ ਖਿਆਲ ਕਿਸੇ ਵਿਧਾਇਕ ਨੂੰ ਜਾਂ ਹੋਰ ਕਿਸੇ ਨੇਤਾ ਨੂੰ ਮਿਲਿਆ ਹੋਵੇ ਜਿਸ ਤਰੀਕੇ ਨਾਲ ਪੱਬਾਂ ਭਾਰ ਹੋ ਕੇ ਕਾਂਗਰਸ ਪਾਰਟੀ ਨੇ ਸਿੱਧੂ ਮੂਸੇਵਾਲ ਦਾ ਸਵਾਗਤ ਕੀਤਾ। ਇਹ ਆਪਣੇ ਆਪ ਦੇ ਵਿੱਚ ਇੱਕ ਅਚੰਭਾ ਹੈ। ਸ਼ਾਇਦ ਇਸ ਨੂੰ ਸਿੱਧੂ ਯੁੱਗ ਦਾ ਸਿੱਖ ਆਖਿਆ ਜਾ ਸਕਦਾ ਹੈ ਕਾਂਗਰਸ ਪਾਰਟੀ ਵਿੱਚ, ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਨਵਜੋਤ ਸਿੰਘ ਸਿੱਧੂ, ਦੂਜੇ ਪਾਸੇ ਮੂਸੇਵਾਲਾ ਵੀ ਸਿੱਧੂ, ਤੀਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਚਲੇ ਗਏ ਨੇ ਉਹ ਵੀ ਸਿੱਧੂ। ਸੋ ਕਹਿਣ ਦਾ ਭਾਵ ਕਿ ਸਿੱਧੂਆਂ ਦੀ ਜਿਹੜੀ ਇਸ ਵੇਲੇ ਚੜ੍ਹਤ ਜਿਹੜੀ ਪੂਰਨ ਤੌਰ ਤੇ ਕਾਂਗਰਸ ਪਾਰਟੀ ਦੇ ਵਿੱਚ ਦਿਖਾਈ ਦੇ ਰਹੀ ਹੈ। ਸ਼ਾਇਦ ਇਹੋ ਹੀ ਇੱਕ ਕਾਰਨ ਹੈ ਕਿ ਜਿਸ ਤਰੀਕੇ ਨਾਲ ਪੱਬਾਂ ਭਾਰ ਹੋ ਕੇ ਸਿੱਧੂ ਮੂਸੇਵਾਲ ਦਾ ਸਵਾਗਤ ਕੀਤਾ ਗਿਆ, ਇਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਵੀ ਰਿਹਾ। ਖੈਰ, ਸਾਡਾ ਇੱਥੇ ਚਰਚਾ ਦਾ ਵਿਸ਼ਾ ਇਹ ਨਹੀਂ ਹੈ ਕਿ ਸਿੱਧੂ ਮੂਸੇਵਾਲ ਦਾ ਸਵਾਗਤ ਕਿਉਂ ਕੀਤਾ ਗਿਆ ਜਾਂ ਕਿਸ ਤਰੀਕੇ ਨਾਲ ਇਹਨਾਂ ਪੱਬਾਂ ਭਾਰ ਹੋ ਕੇ ਕਾਂਗਰਸ ਪਾਰਟੀ ਕਿਉਂ ਉਸ ਨੂੰ ਜ਼ਿਆਦਾ ਭਾਅ ਦੇ ਰਹੀ ਹੈ। ਇਹ ਕਾਂਗਰਸ ਪਾਰਟੀ ਦਾ ਆਪਣਾ ਅੰਦਰੂਨੀ ਮਸਲਾ ਹੈ, ਜਿਸ ਨੂੰ ਮਰਜ਼ੀ ਭਾਅ ਦੇਵੇ। ਆਪਾਂ ਕੌਣ ਹੁੰਦੇ ਹਾਂ ਗੱਲ ਕਰਨ ਵਾਲੇ, ਪਰ ਫਿਰ ਵੀ ਕੁਝ ਨਾ ਕੁਝ ਗੱਲਾਂ ਤੇ ਕਿੰਤੂ ਪਰੰਤੂ ਹੋ ਸਕਦਾ ਕਿ ਸਿੱਧੂ ਮੂਸੇਵਾਲ ਦੀ ਏਡੀ ਵੱਡੀ ਪ੍ਰਾਪਤੀ ਹੈ ਕਿਹੜੀ ਹੈ ਜਿਹੜੀ ਉਸ ਨੂੰ ਇੰਨਾ ਮਾਨ ਸਤਿਕਾਰ ਦੇ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਾਇਆ ਜਾ ਰਿਹਾ, ਔਰ ਉਸ ਬੰਦੇ ਔਰ ਉਹਦੇ ਨਾਲ ਹੀ ਨਾਲ ਉਸ ਦਾ ਜਿਹੜਾ ਸਿਖਰ ਹੈ। ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਦੇ ਵਿੱਚ ਉਹ 10 ਵਜੇ ਐਂਟਰੀ ਮਾਰਦਾ, 10:30 ਵਜੇ ਐਂਟਰੀ ਮਾਰਦਾ ਸਵੇਰੇ ਚੰਡੀ ਪੰਜਾਬ ਭਵਨ ਵਿਖੇ, ਤਾਂ ਉਸ ਤੋਂ ਤੁਰੰਤ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਸ਼ਾਮ ਨੂੰ ਉਹ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਰਾਹੁਲ ਗਾਂਧੀ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕਰਦਾ। ਅੱਜ ਤੱਕ ਇਹੋ ਜਿਹੀ ਏਡੀ ਵੱਡੀ ਛਲਾਂਗ ਬੀਤੇ ਦੌਰ ਵਿੱਚ ਜਿਸ ਵੀ ਦੂਜੀ ਕਿਸੇ ਪਾਰਟੀ ਦੇ ਵਿਧਾਇਕ, MLA ਜਾਂ ਕਿਸੇ ਨੇਤਾ ਨੇ ਕਾਂਗਰਸ ਪਾਰਟੀ ਵਿੱਚ ਮਾਰੀ ਹੋਵੇ, ਮੇਰਾ ਨਹੀਂ ਖਿਆਲ ਕਿ ਇੰਨੀ ਜਲਦੀ ਉਹਨੇ ਤਰੱਕੀ ਦੇ ਜਿਹੜੇ ਅਹਿਮ ਪੜਾਅ ਜਿਹੜੇ ਉਹ ਤੈਅ ਕੀਤੇ ਗਏ ਹੋਣ। ਇਸ ਪਿੱਛੇ ਕੀ ਕਾਰਨ ਹੈ? ਇਸ ਫੋਟੋ ਦੇ ਵਿੱਚ ਜਿਹੜੀ ਤਸਵੀਰ ਅਸੀਂ ਸਕਰੀਨ ਤੇ ਵਿਖਾ ਰਹੇ ਹਾਂ, ਇਸ ਤਸਵੀਰ ਵਿੱਚ ਅਗਰ ਵੇਖਿਆ ਵੀ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਇਸ ਤਸਵੀਰ ਵਿੱਚ ਸਿੱਧੂ ਮੂਸੇਵਾਲ ਜਿਸ ਰਾਹੀਂ ਕਾਂਗਰਸ ਪਾਰਟੀ ਦੇ ਵਿੱਚ ਪ੍ਰਵੇਸ਼ ਕੀਤਾ ਉਹ ਹੈ ਰਾਜਾ ਵੜਿੰਗ। ਰਾਜਾ ਵੜਿੰਗ ਹਨ, ਨਵਜੋਤ ਸਿੰਘ ਸਿੱਧੂ ਹਨ, ਹਰੀ ਚੌਧਰੀ ਨਹੀਂ, ਪਰ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਹੁਣੀ ਕਿਤੇ ਦਿਖਾਈ ਜਿਹੜੇ ਉਹ ਨਹੀਂ ਦੇ ਰਹੇ। ਇਹ ਵੀ ਇਸ ਬੜਾ ਵੱਡਾ ਇੱਕ ਪ੍ਰਸ਼ਨ ਹੈਗਾ ਕਿ ਚਰਨਜੀਤ ਸਿੰਘ ਚੰਨੀ ਹੁਣੀ ਨਾਲ ਦਿੱਲੀ ਵਿਖੇ ਕਿਉਂ ਨਹੀਂ ਪਹੁੰਚੇ ਜਾਂ ਉਹਨਾਂ ਨੂੰ ਦਿੱਲੀ ਕਿਉਂ ਨਹੀਂ ਲਿਜਾਇਆ ਗਿਆ। ਇਹ ਇੱਕ ਪ੍ਰਸ਼ਨ ਹੈ ਕਿ ਸਿੱਧੂ ਮੂਸੇਵਾਲ ਦੀ ਜਿਹੜੀ ਸਥਿਤੀ ਹੈ ਕਿ ਉਹ ਇੰਨੀ ਵੱਡੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਨਜ਼ਰ ਅੰਦਾਜ਼ ਜਿਹੜਾ ਉਹ ਕੀਤਾ ਜਾ ਸਕਦਾ ਹੈ। ਪਤਾ ਨਹੀਂ ਇਸ ਪਿੱਛੇ ਕੀ ਕਾਰਨ ਹੈ ਜਾਂ ਕੀ ਰਾਜਨੀਤੀ ਹੈ, ਪਰ ਸ਼ਾਇਦ ਇੱਕ ਕੁਝ ਅਹਿਮ ਪ੍ਰਸ਼ਨ ਨੇ ਜਿਸ ਨਾਲ ਇਹ ਲੱਗਦਾ ਕਿ ਸਿੱਧੂ ਮੂਸੇਵਾਲ ਦੀ ਚਮਕ ਦਮਕ ਦੇ ਅੱਗੇ ਜਿਹੜਾ ਉਹ ਚੰਨੀ ਵੀ ਫਿੱਕਾ ਜਿਹੜਾ ਉਹ ਪੈ ਰਿਹਾ। ਹਾਲਾਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ। ਇਹ ਕੱਲ ਵੀ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਚੰਡੀਗੜ੍ਹ ਪੰਜਾਬ ਰਾਜ ਭਵਨ ਵਿਖੇ, ਤਾਂ ਉੱਥੇ ਵੀ ਜ਼ਿਆਦਾ ਜਿਹੜੀ ਪਹਿਲ ਸੀ ਉਹ ਰਾਜਾ ਵੜਿੰਗ ਵੱਲੋਂ ਕੀਤੀ ਗਈ। ਉਸ ਤੋਂ ਬਾਅਦ ਜਿਹੜੇ ਗੱਲ 'ਚ ਝੰਡੇ ਪਾਏ ਗਏ ਔਰ ਨਵਜੋਤ ਸਿੰਘ ਸਿੱਧੂ ਹੁਣਾਂ ਵੱਲੋਂ ਪਾਏ ਗਏ, ਔਰ ਉਸ ਤੋਂ ਮਗਰੋਂ ਫਿਰ ਜਿਹੜੀ ਵਾਰੀ ਹੈ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਆਈ ਆ। ਤਾਂ ਇਸ ਤਰ੍ਹਾਂ ਲੱਗਦਾ ਕਿ ਕਾਂਗਰਸ ਪਾਰਟੀ ਦੇ ਵਿੱਚ ਜਿੱਥੇ ਇੱਕ ਪਾਸੇ ਸਿੱਧੂ ਯੁੱਗ ਆਪਣੇ ਸਿਖਰ ਤੇ ਆ ਤੇ ਦੂਜੇ ਪਾਸੇ ਸਿੱਧੂ ਮੂਸੇਵਾਲ ਦੀ ਜਿਹੜੀ ਚਮਕ ਦਮਕ ਅੱਗੇ ਮੁੱਖ ਮੰਤਰੀ ਚੰਨੀ ਦੀ ਜਿਹੜੀ ਚਮਕ ਹੈ ਉਹ ਫਿੱਕੀ ਪੈਣੀ ਸ਼ੁਰੂ ਹੋ ਗਈ ਹੈ। ਚਲੋ, ਇਹ ਇੱਕ ਕਾਂਗਰਸ ਪਾਰਟੀ ਦਾ ਅੰਦਰੂਨੀ ਮਸਲਾ। ਤੇ ਜੇਕਰ ਅਸੀਂ ਹੁਣ ਗੱਲ ਕਰੀਏ ਸਿੱਧੂ ਮੂਸੇਵਾਲ ਦੇ ਕੈਰੀਅਰ ਦੀ ਕਿ ਉਸਦੀ ਕਿਹੜੀ ਅਹਿਮ ਪ੍ਰਾਪਤੀ ਹੈ, ਹਾਂ, ਉਹਨੇ ਗੀਤ ਬਹੁਤ ਸੋਹਣੇ ਬੋਲੇ ਨੇ। ਰਾਜਾ ਵੜਿੰਗ ਕਹਿੰਦਾ ਜੀ 10 ਕਰੋੜ ਉਹਦੀ ਫਾਲੋਅਰਸ ਹਨ ਜਿਹੜੇ ਉਸਨੂੰ ਪਸੰਦ ਕਰਦੇ ਨੇ YouTube ਤੇ ਜਾਂ ਹੋਰ ਸੋਸ਼ਲ ਮੀਡੀਆ ਤੇ। ਤਾਂ ਇਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਆਉਣਾ ਉਸਦਾ ਵਾਜਬ ਹੈਗਾ ਜਾਂ ਇਸ ਕਰਕੇ ਕਾਂਗਰਸ ਪਾਰਟੀ ਨੇ ਲਿਆ। ਤਾਂ ਪਰ ਜੇਕਰ ਫਾਲੋਅਰ ਨੂੰ ਹੀ ਧਿਆਨ ਵਿੱਚ ਰੱਖ ਕੇ ਲੈਣਾ ਆ ਤਾਂ ਫਿਰ ਤੇ ਉਹ ਕੁਝ ਲੋਕ ਕਹਿ ਰਹੇ ਨੇ ਫਿਰ ਸੱਸੇ ਵਾਲੇ ਸਾਧ ਨੂੰ ਵੀ ਬੰਦਾ, ਉਹਦੇ ਫਾਲੋਅਰ ਵੀ ਬੜੇ ਨੇ। ਚਲੋ, ਉੱਥੇ ਤਾਂ ਵੈਸੇ ਜਾਂਦੇ ਹੀ ਨੇ ਸਾਰੇ, ਇਹਨਾਂ ਦੇ ਬੰਦੇ ਵੀ ਜਾਂਦੇ ਨੇ। ਰਾਜਾ ਵੜਿੰਗ ਹੋਣੀ ਵੀ ਮੇਰਾ ਖਿਆਲ ਕਦੇ ਕਦਾਈ ਉੱਥੇ ਗਏ ਸੀ। ਕਹਿਣ ਦਾ ਅਰਥ ਕਿ ਫਾਲੋਅਰ ਹੀ ਆਧਾਰ ਨਹੀਂ, ਲੋਕਪ੍ਰਿਯਤਾ ਆਧਾਰ ਨਹੀਂ ਹੋਣੀ ਚਾਹੀਦੀ। ਬੰਦੇ ਦੇ ਕੁਝ ਸਿਧਾਂਤ, ਬੰਦੇ ਦਾ ਕੁਝ ਵਿਹਾਰ ਜਿਹੜਾ ਆ ਉਹ ਇਸ ਪਿੱਛੇ ਜ਼ਰੂਰ ਹੋਣਾ ਚਾਹੀਦਾ ਕਿ ਕਿਸ ਆਧਾਰ ਤੇ ਜਾਂ ਕਿਸ ਤਸਵੀਰ ਨੂੰ ਜਾਂ ਕਿਸ ਸ਼ਖਸੀਅਤ ਨੂੰ ਤੁਸੀਂ ਆਪਣੀ ਪਾਰਟੀ ਦੇ ਵਿੱਚ ਐਂਟਰੀ ਕਰਾ ਰਹੇ ਜੇ। ਅਗਰ ਵੇਖਿਆ ਜਾਵੇ ਤਾਂ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਵਾਦ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ, ਚਾਹੇ ਉਹ ਆਪਣੇ ਗੀਤਾਂ ਕਰਕੇ, ਚਾਹੇ ਉਹ ਆਪਣੀਆਂ ਗਤੀਵਿਧੀਆਂ ਕਰਕੇ। ਚਾਹੇ ਉਸ ਜਿਹੜੇ ਗੀਤ ਨੇ, ਗੀਤਾਂ ਦੇ ਵਿੱਚ ਹਮੇਸ਼ਾ ਉਸ ਵੱਲੋਂ ਹਥਿਆਰਾਂ ਦਾ ਪ੍ਰਚਾਰ, ਹਥਿਆਰਾਂ ਦਾ ਜ਼ੋਰ ਸ਼ੋਰ ਜਿਹੜਾ ਉਹ ਕੀਤਾ ਜਾਂਦਾ ਰਿਹਾ, ਪ੍ਰਚਾਰ ਕੀਤਾ ਜਾਂਦਾ ਰਿਹਾ। ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਹਾਈ ਕੋਰਟ ਵੱਲੋਂ ਵੀ ਉਸ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦੇ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਸਨ। ਫਿਰ ਵਾਦ ਵਿਵਾਦਾਂ ਦਾ ਉਹ ਉਸ ਵਕਤ ਆਇਆ ਜਦੋਂ ਕਰੋਨਾ ਕਾਲ ਸੀ
ਤਾਂ ਮਾਨਸਾ ਦੇ ਇੱਕ ਕਿਸੇ ਸਥਾਨ ਦੇ ਉੱਤੇ AK-47 ਦੇ ਨਾਲ ਉਹ ਫਾਇਰਿੰਗ ਕਰਦਾ ਦਿਖਾਇਆ ਗਿਆ। ਪੂਰਨ ਤੌਰ ਤੇ ਉਹਦੇ ਉੱਤੇ ਦਬਾਅ ਪਾਇਆ ਗਿਆ, ਪਰ ਪੁਲਿਸ ਨੇ ਉਸ ਦੇ ਖਿਲਾਫ ਪਰਚਾ ਜਿਹੜਾ ਉਹ ਦਰਜ ਨਹੀਂ ਕਰ ਸਕੀ। ਉਹ ਸ਼ਰੇਆਮ ਉਸੇ ਤਰ੍ਹਾਂ ਘੁੰਮਦਾ ਰਿਹਾ, ਕੁਝ ਸਮਾਂ ਵਾਸਤੇ ਉਹ ਭਗੌੜਾ ਵੀ ਹੋਇਆ, ਪਰ ਉਹ ਕਾਬੂ ਨਹੀਂ ਆਇਆ। ਤੇ ਹੁਣ ਵੀ ਅੱਜ ਦੀ ਤਰੀਕ ਦੇ ਵਿੱਚ ਵੀ ਉਹਦੇ ਉੱਤੇ ਇਹ 4 ਦੇ ਕਰੀਬ ਜਿਹੜੇ FIR ਜਿਹੜੀਆਂ ਉਹ ਦਰਜ ਨੇ ਕੋਰਟ ਦੇ ਵਿੱਚੋਂ, ਉਹ ਜ਼ਮਾਨਤ ਤੇ ਹੈਗਾ। ਇਹੋ ਜਿਹੀਆਂ ਸਾਰੀਆਂ ਚੀਜ਼ਾਂ ਨੂੰ ਜਦੋਂ ਕੱਲ ਕੁਝ ਪੱਤਰਕਾਰਾਂ ਨੇ ਪੁੱਛਿਆ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇੰਨੀ ਗੱਲ ਕਹੀ, ਜੀ ਵੇਖੋ ਇਹ ਮੈਟਰ ਜੇ ਸਬ ਜੂਡਿਸ, ਇਹਦੇ ਸੰਬੰਧੀ ਕੋਈ ਚਰਚਾ ਕਰਨ ਦਾ ਗੱਲ ਨਹੀਂ ਹੈ। ਠੀਕ ਹੈ, ਚਰਚਾ ਨਹੀਂ ਕਰਨੀ ਚਾਹੀਦੀ, ਪਰ ਲੋਕ ਜਿਹੜੇ ਉਹ ਜਵਾਬ ਮੰਗਦੇ ਨੇ। ਠੀਕ ਹੈ, ਕਿਤੇ ਬੰਬੀਹਾ ਬੋਲਦਾ ਆ, ਕਿਤੇ 59 ਸ਼ਹਿਰਾਂ ਦੀ ਗੱਲ ਹੁੰਦੀ ਹੈ। ਇਹ ਗੱਲਾਂ ਲੋਕਾਂ ਨੂੰ ਅੱਜ ਦੀ ਨੌਜਵਾਨੀ ਪੀੜ੍ਹੀ ਨੂੰ ਤਾਂ ਪ੍ਰਭਾਵਿਤ ਕਰ ਸਕਦੀਆਂ ਨੇ, ਪਰ ਜਿਹੜੇ ਪੰਜਾਬ ਦੇ ਚਿੰਤਨਸ਼ੀਲ ਲੋਕ ਨੇ ਉਹ ਵੇਖਦੇ ਨੇ ਕਿ ਪੰਜਾਬ ਦੀ ਰਾਜਨੀਤੀ ਦਾ ਮੁਹਾਂਦਰਾ ਹੁਣ ਕਿਹੋ ਜਿਹਾ ਹੁੰਦਾ ਜਾ ਰਿਹਾ। ਇਹ ਕੇਵਲ ਕਾਂਗਰਸ ਪਾਰਟੀ ਦੀ ਗੱਲ ਨਹੀਂ ਹੈ। ਅਗਰ ਵੇਖਿਆ ਜਾਏ ਤਾਂ ਬੀਤੇ ਦੌਰ 'ਚ ਬੜੀਆਂ ਪਾਰਟੀਆਂ ਨੇ ਇਹਨਾਂ ਰਾਜਨੀਤਿਕ ਗਾਇਕਾਂ ਨੂੰ ਆਪੋ ਆਪਣੇ ਹਿੱਤਾਂ ਵਾਸਤੇ ਵਰਤਿਆ, ਤੇ ਇਹ ਵਰਤੇ ਵੀ ਜਾਂਦੇ ਰਹੇ ਨੇ। ਜੇਕਰ ਸਭ ਤੋਂ ਪਹਿਲਾਂ ਜੇ ਵਰਤਿਆ ਤਾਂ ਜੇ ਬੀਤੇ ਦੌਰ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਹੋਣਾ, ਮਾਫ ਕਰਨਾ, ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਹੰਸਰਾਜ ਹੰਸ ਨੂੰ ਰਾਜ ਗਾਇਕ ਦਾ ਰੁਤਬਾ ਦੇ ਕੇ ਤਾਂ ਜਿਸ ਤਰੀਕੇ ਨਾਲ ਫਿਰ ਉਸਦੀ ਗਾਇਕੀ ਦਾ ਘਾਣ ਕਰਾਇਆ, ਉਹ ਗਾਇਕ ਨਹੀਂ ਰਿਹਾ, ਰਾਜ ਗਾਇਕ ਤੋਂ ਉਹਨੂੰ ਬਣਾਤਾ। ਫਿਰ ਬਾਅਦ 'ਚ ਹੰਸਰਾਜ ਫਿਰ ਗਾਇਕ ਨਹੀਂ ਰਿਹਾ, ਕਦੇ ਕਿਸੇ ਪਾਰਟੀ ਵਿੱਚ, ਕਦੇ ਕਿਸੇ ਪਾਰਟੀ ਵਿੱਚ, ਕਦੇ ਕਿਸੇ ਪਾਰਟੀ ਵਿੱਚ, ਤੇ ਜਾ ਕੇ ਅਖੀਰ ਉਹਨੂੰ ਢੋਈ ਜਿਹੜੀ ਸੀ ਉਹ ਭਾਰਤੀ ਜਨਤਾ ਪਾਰਟੀ 'ਚ ਮਿਲੀ। ਚਲੋ ਇਹ ਹੰਸਰਾਜ ਹੋਣਾ ਦਾ ਆਪਣਾ ਮਸਲਾ ਹੋ ਸਕਦਾ, ਪਰ ਮੈਂ ਉਸ ਦਾ ਜ਼ਿਕਰ ਕਰਨ ਦੀ ਇਹੋ ਗੱਲ ਸੀ ਕਿ ਕੁਝ ਦੱਸਿਆ ਜਾਵੇ। ਠੀਕ ਹੈ, ਗਾਇਕਾਂ ਨੂੰ ਗਾਇਕੀ ਦੇ ਖੇਤਰ ਵਿੱਚ ਸੀਮਤ ਨਹੀਂ ਰਹਿਣਾ ਚਾਹੀਦਾ, ਉਹ ਕਿਸੇ ਹੋਰ ਖੇਤਰ ਦੇ ਵਿੱਚ ਵੀ ਜਾਣਾ ਚਾਹੀਦਾ, ਪਰ ਜੇਕਰ ਉਹ ਦੂਜੇ ਖੇਤਰ ਵਿੱਚ ਜਾਂਦੇ ਨੇ ਜਿੱਥੇ ਉਹਨਾਂ ਨੇ ਸਮਾਜ ਨੂੰ ਇੱਕ ਸੇਧ ਦੇਣੀ ਹੈ, ਜਿੱਥੇ ਸਮਾਜ ਦੇ ਲੱਖਾਂ ਲੋਕ ਉਹਨਾਂ ਵੱਲ ਧਿਆਨ ਰੱਖਦੇ ਨੇ ਜਾਂ ਉਹਨਾਂ ਵੱਲ ਅੱਖਾਂ ਵੇਖੇ ਤੱਕਦੇ ਰਹਿੰਦੇ ਨੇ, ਤਾਂ ਫਿਰ ਇਹਨਾਂ ਗਾਇਕਾਂ ਨੂੰ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣੀ ਦੇ ਪ੍ਰਤੀ, ਆਪਣੇ ਫਰਜ਼ਾਂ ਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਆ। ਤੇ ਆਸ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਬੀਤੇ ਦੌਰ ਦੇ ਵਿੱਚ ਜੋ ਕੁਝ ਵੀ ਕਰਦਾ ਰਿਹਾ ਜਾਂ ਜਿਸ ਕਰਕੇ ਉਹ ਵਾਦ ਵਿਵਾਦਾਂ ਦਾ ਸ਼ਿਕਾਰ ਰਿਹਾ, ਅੱਜ ਦੀ ਸਥਿਤੀ ਦੇ ਵਿੱਚ ਜਦੋਂ ਉਹ ਕਾਂਗਰਸ ਪਾਰਟੀ ਦੇ ਵਿੱਚ ਆਇਆ, ਇੱਕ ਗੰਭੀਰ, ਇੱਕ ਸੁਹਿਰਦ ਨੇਤਾ ਦੇ ਰੂਪ ਦੇ ਵਿੱਚ ਜਾਣਿਆ ਜਾਵੇਗਾ, ਤਾਂ ਜੋ ਲੋਕ ਜਿਹੜੇ ਨੇ ਉਸ ਤੇ ਵਿਸ਼ਵਾਸ ਕਰ ਸਕਣ। ਜੋ ਬੀਤੇ ਦੌਰ 'ਚ ਉਹਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਹਥਿਆਰਾਂ ਦਾ ਪ੍ਰਚਾਰ ਕਰਦਾ, ਨੌਜਵਾਨ ਪੀੜ੍ਹੀ ਨੂੰ ਗਮਰਾਹ ਕਰਦਾ, ਤਾਂ ਵਾਕਿਆ ਹੀ ਜੇਕਰ ਅਜਿਹਾ ਕਰਦਾ ਤਾਂ ਇਹ ਫਿਰ ਪੰਜਾਬ ਵਾਸਤੇ ਵੀ ਖਤਰਨਾਕ ਆ। ਤੇ ਜੇਕਰ ਹੁਣ ਉਹਨਾਂ ਨੇ ਰਾਜਨੀਤਿਕ ਪਾਰਟੀ ਵਿੱਚ ਪ੍ਰਵੇਸ਼ ਕੀਤਾ ਤੇ ਰਾਜਨੀਤਿਕ ਆਪਣਾ ਕੈਰੀਅਰ ਸ਼ੁਰੂ ਕੀਤਾ, ਤਾਂ ਉਹਨਾਂ ਦੀ ਫਿਰ ਜਿਹੜੀ ਜ਼ਿੰਮੇਵਾਰੀ ਆ ਉਹ ਹੁਣ ਹੋਰ ਜ਼ਿਆਦਾ ਗੰਭੀਰ ਇਸ ਸਮਾਜ ਦੇ ਪ੍ਰਤੀ ਹੋ ਜਾਂਦੀ ਆ। ਤਾਂ ਅਸੀਂ ਆਸ ਕਰਦੇ ਹਾਂ ਕਿ ਉਹ ਹੁਣ ਇੱਕ ਸੁਹਿਰਦ ਗਾਇਕ ਦੇ ਨਾਲ ਨਾਲ ਇੱਕ ਸੁਹਿਰਦ ਨੇਤਾ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਉਣਗੇ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸ ਪਾਰਟੀ ਸਿੱਧੂ ਮੂਸੇਵਾਲਾ ਨੂੰ ਵਰਤਦੀ ਹੈ ਜਾਂ ਸਿੱਧੂ ਮੂਸੇਵਾਲਾ ਕਾਂਗਰਸ ਪਾਰਟੀ ਨੂੰ ਵਰਤਦਾ। ਪਰ ਇਹ ਚਲੋ ਇਹ ਕਾਂਗਰਸ ਪਾਰਟੀ ਦਾ ਤੇ ਸਿੱਧੂ ਮੂਸੇਵਾਲਾ ਦਾ ਆਪਣਾ ਅੰਦਰੂਨੀ ਮਸਲਾ ਮਾਮਲਾ ਹੈਗਾ। ਇਹਦੇ ਸੰਬੰਧੀ ਚਲੋ ਸਾਨੂੰ ਕੋਈ ਵੀ ਕਿੰਤੂ ਪਰੰਤੂ ਕਰਨ ਦਾ ਹੱਕ ਨਹੀਂ। ਸਾਡੀ ਜਿਹੜੀ ਇਹ ਕਿੰਤੂ ਵਿਸ਼ਲੇਸ਼ਣ ਕਰਨ ਦਾ ਮੁੱਦਾ ਸੀ ਜਾਂ ਮੰਤਵ ਸੀ ਕੇਵਲ ਔਰ ਕੇਵਲ ਇਹ ਆ ਕਿ ਗਾਇਕ ਨੂੰ ਹੁਣ ਪੰਜਾਬ ਦੇ ਪ੍ਰਤੀ, ਪੰਜਾਬ ਦੇ ਮੁੱਦਿਆਂ ਦੇ ਪ੍ਰਤੀ, ਗਾਇਕੀ ਦੇ ਪ੍ਰਤੀ ਸੁਹਿਰਦ ਹੋਣਾ ਚਾਹੀਦਾ। ਤੇ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਵੀ ਚਾਹੀਦਾ ਕਿ ਜੇਕਰ ਉਹਨੇ ਸਿੱਧੂ ਮੂਸੇਵਾਲੇ ਨੂੰ ਇਹ ਕੇਵਲ ਔਰ ਕੇਵਲ ਲੋਕਪ੍ਰਿਯਤਾ ਦੇ ਆਧਾਰ ਤੇ ਹੀ ਕਾਂਗਰਸ ਪਾਰਟੀ ਦੇ ਵਿੱਚ ਐਂਟਰੀ ਕਰਵਾਈ ਆ, ਤੇ ਘੱਟ ਤੋਂ ਘੱਟ ਫਿਰ ਆਪਣੇ ਮਾਪਦੰਡ ਜ਼ਰੂਰ ਨਿਰਧਾਰਤ ਕਰ ਲਵੇ ਕਿ ਭਵਿੱਖ ਦੇ ਵਿੱਚ ਅਸੀਂ ਕਿਹੋ ਜਿਹੇ ਲੋਕਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਾ, ਕਿ ਉਹਨਾਂ ਲੋਕਾਂ ਨੂੰ ਕਰਾਉਣਾ ਕਿ ਜਿਹੜੇ ਇਸ ਸਮਾਜ, ਇਸ ਦੇਸ਼, ਇਸ ਕੌਮ ਦੇ ਪ੍ਰਤੀ ਗੰਭੀਰ ਨੇ, ਉਹ ਸੋਚਦੇ ਨੇ ਕਿ ਇਹ ਸਮਾਜ ਬਦਲਿਆ ਜਾਣਾ ਚਾਹੀਦਾ, ਤੇ ਜਾਂ ਫਿਰ ਉਹਨਾਂ ਲੋਕਾਂ ਨੂੰ ਕਰਾਉਣਾ ਜਿਹੜੇ ਕੇਵਲ ਇੱਕ ਸਸਤੀ ਸ਼ੋਹਰਤ ਦੇ ਕੇ ਸਭ ਕੁਝ ਗਾਣੇ ਗੂਣੇ ਬੋਲ ਕੇ ਤੇ ਆਪਣੀ ਮਕਬੂਲੀਅਤ ਦੇ ਸਿਰ ਤੇ ਕਿਸੇ ਮਕਬੂਲੀਅਤ ਸਿਰ ਤੇ ਕਿਸੇ ਰਾਜਨੀਤਿਕ ਪਾਰਟੀ ਵਿੱਚ ਆ ਜਾਂਦੇ ਨੇ। ਤੇ ਜੇ ਮਕਬੂਲੀਅਤ ਦਾ ਆਧਾਰ ਹੀ ਹੈ ਤਾਂ ਫਿਰ ਨੀਟੂ ਸ਼ਟਰਾਂ ਵਾਲੇ ਦਾ ਵੀ ਜ਼ਿਕਰ ਕਰ ਲੈਣਾ ਬਣਦਾ। ਉਹ ਵੀ ਕਹਿੰਦਾ ਕਿ ਮੈਂ ਸਿੱਧੂ ਮੂਸੇਵਾਲੇ ਤੋਂ ਵੀ ਜ਼ਿਆਦਾ ਗਾਣੇ ਲਿਖ ਸਕਦਾ, ਮੇਰੀ ਜ਼ਿਆਦਾ ਫਾਲੋਅਰ ਨਹੀਂ। ਤਾਂ ਕਾਂਗਰਸ ਪਾਰਟੀ ਨੂੰ ਕੁਝ ਨਾ ਕੁਝ ਜ਼ਰੂਰ ਇਸ ਮੁੱਦੇ ਤੇ ਸੋਚਣਾ ਚਾਹੀਦਾ ਕਿ ਉਸ ਦੀ ਭਵਿੱਖ ਦੀ ਜਿਹੜੀ ਰਣਨੀਤੀ ਆ ਉਹ ਕੀ ਹੋਵੇਗੀ। ਇਹ ਸੀ ਕੁਝ ਅੱਜ ਦੀ ਇੱਕ ਮਹੱਤਵਪੂਰਨ ਜਿਹੜੀ ਕੱਲ੍ਹ ਦੀ ਘਟਨਾ ਜਿਸ ਸੰਬੰਧੀ ਅਸੀਂ ਗੱਲਬਾਤ ਕੀਤੀ। ਤੇ ਹੁਣ ਗੱਲ ਕਰਾਂਗੇ ਕੰਗਨਾ ਰਣੌਤ ਦੀ। ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਹਮੇਸ਼ਾ ਵਾਦ ਵਿਵਾਦਾਂ ਦਾ ਵਿਸ਼ਾ ਰਿਹਾ, ਉਸੇ ਤਰ੍ਹਾਂ ਕੰਗਨਾ ਰਣੌਤ ਵੀ ਬੀਤੇ ਦੌਰ ਵਿੱਚ ਕਾਫੀ ਚਰਚਾਵਾਂ ਦਾ ਵਿਸ਼ਾ ਰਹੀ ਹੈ। ਕੰਗਨਾ ਰਣੌਤ ਬਾਲੀਵੁੱਡ ਅਦਾਕਾਰਾ, ਪਰ ਉਸਨੂੰ ਜਦੋਂ ਦਾ ਟੀਕਾ ਭਾਜਪਾ ਨੇ ਲਾਇਆ, ਭਾਜਪਾ ਅਸੀਂ ਕਹਿ ਸਕਦੇ ਹਾਂ ਕਿ ਉਹਦਾ ਜਿਸ ਤਰ੍ਹਾਂ ਪੂਰਨ ਤੌਰ ਤੇ ਭਾਜਪਾ ਨੂੰ ਸਮਰਪਿਤ ਹੋ ਚੁੱਕੀ ਆ। ਚਾਹੇ ਮਹਾਰਾਸ਼ਟਰ ਦੀ ਕੋਈ ਘਟਨਾ ਹੋਵੇ, ਜੇ ਉਹਦੇ ਕਰਕੇ ਭਾਜਪਾ ਵੀ ਉਸ ਤੇ
ਨਾਲ ਪੂਰਨ ਤੌਰ ਤੇ ਚੱਲਦੀ ਆ ਤੇ ਬੀਤੇ ਦਿਨ ਉਹਨੂੰ ਪਦਮ ਸ਼੍ਰੀ ਦਾ ਜਿਹੜਾ ਪੁਰਸਕਾਰ ਦਿੱਤਾ ਗਿਆ। ਉਸ ਦੀ ਜਿਹੜੀ ਕੰਟਰੀਬਿਊਸ਼ਨ ਪਤਾ ਨਹੀਂ ਕੀ ਹੈ, ਹਾਲਾਂਕਿ ਉਸ ਤੋਂ ਬਹੁਤ ਸੀਨੀਅਰ ਨੇਤਾ ਅਭਿਨੇਤਾ ਜਿਹੜੇ ਨੇ ਅੱਜ ਵੀ ਬਾਲੀਵੁੱਡ 'ਚ ਤੁਰੇ ਫਿਰਦੇ ਨੇ ਔਰ ਸਮਾਜ ਨੂੰ ਸੇਧ ਦੇ ਰਹੇ ਨੇ, ਪਰ ਉਹਨਾਂ ਨੂੰ ਪਦਮ ਸ਼੍ਰੀ ਜਿਹੜਾ ਅੱਜ ਤੱਕ ਨਹੀਂ ਮਿਲਿਆ। ਸ਼ਾਇਦ ਇਹ ਕੰਗਨਾ ਰਣੌਤ ਦਾ ਪਤਾ ਨਹੀਂ ਕਿਹੜੀ ਇਹੋ ਜਿਹੀ ਦੇਣ ਹੈ ਜਿਸ ਕਰਕੇ ਭਾਰਤ ਸਰਕਾਰ ਵੱਲੋਂ, ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਉਸ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ। ਤਾਂ ਬੀਤੇ ਦੌਰ ਵਿੱਚ ਕੰਗਨਾ ਰਣੌਤ ਹਮੇਸ਼ਾ ਚਰਚਾਵਾਂ ਦਾ ਵਿਸ਼ਾ ਰਹੀ ਹੈ। ਉਸਦੇ ਚਰਚਾਵਾਂ ਦਾ ਵਿਸ਼ਾ ਦਾ ਕਾਰਨ ਹਮੇਸ਼ਾ ਉਹ ਟਵੀਟ ਕਰਕੇ ਉਹ ਕਿਸਾਨ ਅੰਦੋਲਨ ਨੂੰ ਭੰਡਦੀ ਰਹੀ ਹੈ। ਜਿਹੜੀਆਂ ਸਿੱਖ ਬੀਬੀਆਂ ਨੇ ਉਹਨਾਂ ਦੇ ਸੰਬੰਧੀ ਉਸਦਾ ਕਿੰਤੂ ਪਰੰਤੂ ਰਿਹਾ। ਹਮੇਸ਼ਾ ਉਸਨੇ ਭਾਜਪਾ ਦੀ ਫੇਵਰ ਦੀ ਗੱਲ ਕੀਤੀ, ਚਾਹੇ ਸ਼ਹੀਨ ਬਾਗ ਦਾ ਮੁੱਦਾ ਹੋਵੇ, ਚਾਹੇ ਕਿਸਾਨੀ ਅੰਦੋਲਨ ਹੋਵੇ, ਚਾਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਦੀ ਸਥਿਤੀ ਹੋਵੇ। ਉਸਨੇ ਆਪਣਾ ਜਿਹੜਾ ਫਰਜ਼ ਹੈ ਇੱਕ ਮੋਦੀ ਭਗਤ ਵਜੋਂ ਪੂਰਨ ਤੌਰ ਤੇ ਨਿਭਾਇਆ ਤੇ ਇਸੇ ਕਰਕੇ ਉਸ ਨੂੰ Y+ ਸਿਕਿਉਰਿਟੀ ਵੀ ਦਿੱਤੀ ਗਈ। ਮਹਾਰਾਸ਼ਟਰ ਦੇ ਵਿੱਚ ਜਦੋਂ ਸ਼ਿਵ ਸੈਨਾ ਦੀ ਸਰਕਾਰ ਬਣੀ ਤਾਂ ਕਿਸ ਤਰੀਕੇ ਨਾਲ ਭਾਜਪਾ ਜਿਹੜੀ ਸੀ ਇੱਕ ਉਸਦੀ ਪੂਰਨ ਤੌਰ ਤੇ ਪਿੱਠ ਤੇ ਆਣ ਕੇ ਖਲੋ ਕੇ ਉਸ ਰਾਜ ਦੀ ਚੁਣੀ ਹੋਈ ਸਰਕਾਰ ਨਾਲ ਟੱਕਰ ਲੈਣ ਤੋਂ ਵੀ ਭਾਜਪਾ ਨੇ ਗੁਰੇਜ਼ ਨਹੀਂ ਸੀ ਕੀਤਾ। ਇਹ ਹੈ ਕੰਗਨਾ ਰਣੌਤ ਦਾ ਜਿਹੜਾ ਪਿਛੋਕੜ ਕਿ ਹਮੇਸ਼ਾ ਵਾਦ ਵਿਵਾਦਾਂ ਦੇ ਵਿੱਚ ਰਹਿਣਾ, ਹਰ ਮੁੱਦੇ ਤੇ ਉਹ ਜਿਹੜਾ ਆਪਣਾ ਟਵੀਟ ਕਰਦੀ ਆ, ਉਹ ਟਵੀਟ ਕਰਕੇ ਉਹ ਆਪਣਾ ਧਿਆਨ ਜਿਹੜਾ ਖਿੱਚਦੀ ਆ। ਤਾਂ ਬੀਤੇ ਦੌਰ 'ਚ ਜਦੋਂ ਕਾਲੇ ਕਾਨੂੰਨ ਰੱਦ ਹੋਏ ਤਾਂ ਉਸ ਵਕਤ ਉਸ ਵੱਲੋਂ ਫਿਰ ਇੱਕ ਟਵੀਟ ਜਿਹੜਾ ਸਿੱਖ ਕੌਮ ਦੇ ਪ੍ਰਤੀ ਕੀਤਾ ਗਿਆ ਔਰ ਇੰਦਰਾ ਗਾਂਧੀ ਦੀ ਉਸਨੇ ਜਿਹੜੀ ਆ ਪ੍ਰਸ਼ੰਸਾ ਜਿਹੜੀ ਕੀਤੀ ਔਰ ਇਹ ਬਹੁਤ ਭੱਦੀ ਸ਼ਬਦਾਵਲੀ ਜਿਹੜੀ ਸੀ ਉਹਨੇ ਆਪਣੇ ਟਵੀਟ ਦੇ ਵਿੱਚ ਸਿੱਖ ਕੌਮ ਦੇ ਪ੍ਰਤੀ ਵਰਤੀ, ਇਹ ਕਾਲੇ ਕਾਨੂੰਨਾਂ ਨੂੰ ਰੱਦ ਹੋਣ ਤੋਂ ਬਾਅਦ ਦੀ ਗੱਲ ਜਿਹੜੀ ਹੈ। ਤਾਂ ਉਸਦਾ ਜਿਹੜਾ ਕਾਫੀ ਤੌਰ ਤੇ ਵਿਰੋਧ ਵੀ ਹੋਇਆ ਉਸ ਟਵੀਟ ਦਾ ਤੇ ਭਾਜਪਾ ਦੇ ਵਿੱਚ ਨਵੇਂ ਸ਼ਾਮਲ ਹੋਏ ਜਿਹੜੇ ਅਕਾਲੀ ਨੇਤਾ ਨੇ ਦਿੱਲੀ ਦੇ ਮਨਜਿੰਦਰ ਸਿੰਘ ਸਿਰਸਾ ਹੋਣੀ, ਉਹਨਾਂ ਨੇ ਪਰਚਾ ਵੀ ਦਰਜ ਕਰਾਇਆ, ਪਰ ਹੁਣ ਸ਼ਾਇਦ ਉਹਨਾਂ ਨੇ ਪਰਚਾ ਉਹ ਦਰਜ ਵਾਪਸ ਲੈ ਲਿਆ ਕਿਉਂਕਿ ਹੁਣ ਤਾਂ ਕੰਗਨਾ ਰਣੌਤ ਉਹਨਾਂ ਦੀ ਪਾਰਟੀ ਦੀ ਹੈਗੀ ਆ। ਹੁਣ ਕੋਈ ਇਹੋ ਜਿਹਾ ਚੱਕਰ ਨਹੀਂ ਕਿ ਕੀ ਹੈ, ਕੋਈ ਨਹੀਂ, ਕੰਗਨਾ ਰਣੌਤ ਦੇ ਹੁਣ ਬੋਲ ਜਿਹੜੇ ਉਹਨਾਂ ਨੂੰ ਚੰਗੇ ਲੱਗਣ ਲੱਗ ਪਏ ਨੇ। ਪਰ ਖੈਰ ਅਸੀਂ ਉਹਨਾਂ ਟਵੀਟਾਂ ਦੀ ਗੱਲ ਨਹੀਂ ਕਰ ਰਹੇ, ਅਸੀਂ ਗੱਲ ਜਿਹੜੀ ਕਰਨੀ ਆ ਉਹ ਕੱਲ੍ਹ ਦੀ ਘਟਨਾ ਦੀ ਕਰਨੀ ਆ। ਕੰਗਨਾ ਰਣੌਤ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਦੀ ਰਹਿਣ ਵਾਲੇ ਨੇ। ਕੱਲ੍ਹ ਜਦੋਂ ਉਹ ਆਪਣੇ ਆ ਰਹੀ ਸੀ ਲਾਮ ਲਸ਼ਕਰ ਦੇ ਨਾਲ ਤਾਂ ਕੀਰਤਪੁਰ ਸਾਹਿਬ ਦੇ ਲਾਗੇ ਉਹਨਾਂ ਦੀ ਗੱਡੀ ਨੂੰ ਜਿਹੜਾ ਕਿਸਾਨਾਂ ਵੱਲੋਂ ਘੇਰ ਲਿਆ ਗਿਆ ਰੋਪੜ ਦੇ ਲਾਗੇ। ਤਾਂ ਪੂਰਨ ਤੌਰ ਤੇ ਇਹ ਜਿਹੜਾ ਡਰਾਮਾ ਹੈ ਪੌਣੇ 1 ਤੋਂ ਲੈ ਕੇ 5 ਵਜੇ ਤੱਕ ਚੱਲਿਆ। ਤਾਂ ਉਸ ਸਮੇਂ ਦੇ ਦੌਰਾਨ ਜਿਹੜੀਆਂ ਬੀਬੀਆਂ ਸਨ, ਕਿਸਾਨ ਬੀਬੀਆਂ, ਉਹਨਾਂ ਨੇ ਜੰਮ ਕੇ ਕੰਗਨਾ ਰਣੌਤ ਦੇ ਖਿਲਾਫ ਜਿਹੜੀ ਆ ਨਾਅਰੇਬਾਜ਼ੀ ਕੀਤੀ, ਕਿਸਾਨਾਂ ਨੇ ਵੀ ਜੰਮ ਕੇ ਪੜਾਸ ਕੱਢੀ। ਤਾਂ ਕੁਝ ਸਮੇਂ ਤੱਕ ਤਾਂ ਕੰਗਨਾ ਰਣੌਤ ਨੇ ਆਪਣਾ ਉਹੀ ਪੁਰਾਣਾ ਜਿਹੜਾ ਅਲਾਪ ਜਾਂ ਰਾਗ ਜਿਹੜਾ ਅਲਾਪਿਆ, ਬਾਕਾਇਦਾ ਸੋਸ਼ਲ ਮੀਡੀਆ ਤੇ ਕਾਰ ਦੇ ਅੰਦਰ ਹੀ ਬਹਿ ਕੇ ਮੌਬ ਲੀਚਿੰਗ ਜਾਂ ਹੋਰ ਇਹੋ ਜਿਹੀਆਂ ਗੱਲਾਂ ਦਾ ਉਹਨੇ ਜ਼ਿਕਰ ਕੀਤਾ ਕਿ ਦੇਖੋ ਜੇ ਮੇਰੇ ਕੋਲ ਸਿਕਿਉਰਿਟੀ ਨਾ ਹੋਵੇ ਤਾਂ ਮੈਨੂੰ ਖਤਰਾ ਹੈ ਬਹੁਤ ਇਸ ਤਰ੍ਹਾਂ ਦੀਆਂ। ਇਹ ਕਿਹੜਾ ਹਿੰਦੁਸਤਾਨ ਹੈ ਜਿੱਥੇ ਮੈਂ ਕੋਈ ਰਾਜਨੀਤਿਕ ਨੇਤਾ ਨਹੀਂ ਆ, ਮੈਂ ਕੋਈ ਪਾਰਟੀ ਨਹੀਂ ਚਲਾ ਰਹੀ, ਮੇਰਾ ਵਿਰੋਧ ਕਿਉਂ ਹੋ ਰਿਹਾ। ਇਹ ਕੱਲ ਉਹਨਾਂ ਦਾ ਬਿਆਨ ਸੀ। ਤੇ ਹੁਣ ਜਦੋਂ ਇਹਦੇ ਬੀਬੀ ਜੀ ਦੇ ਇਹਨਾਂ ਬਿਆਨਾਂ ਦੇ ਉੱਤੇ ਗੱਲ ਕਰੀਏ ਤੇ ਬੀਬੀ ਜੀ ਜੇਕਰ ਤੁਸੀਂ ਰਾਜਨੀਤਿਕ ਨੇਤਾ ਨਹੀਂ ਜੀ, ਜੇਕਰ ਤੁਸੀਂ ਇੱਕ ਸਧਾਰਨ ਫਿਗਰ ਜੇ, ਚਲੋ ਸਧਾਰਨ ਫਿਗਰ ਤਾਂ ਨਹੀਂ, ਇੱਕ ਬਾਲੀਵੁੱਡ ਅਦਾਕਾਰਾ ਜੇ, ਤੇ ਤੁਹਾਨੂੰ ਆਪਣੀ ਮਰਿਆਦਾ ਦਾ ਜਿਹੜਾ ਉਹ ਪੂਰਨ ਤੌਰ ਤੇ ਖਿਆਲ ਹੋਣਾ ਚਾਹੀਦਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਅਧਿਕਾਰ ਖੇਤਰ ਕਿੱਥੋਂ ਆ। ਜ਼ਰੂਰੀ ਨਹੀਂ ਕਿ ਤੁਸੀਂ ਹਰ ਮਸਲੇ ਦੇ ਵਿੱਚ ਟੰਗ ਅੜਾਉਣੀ ਆ। ਤੁਹਾਡੀ ਠੀਕ ਆ, ਭਾਰਤ ਦਾ ਸੰਵਿਧਾਨ ਹਰ ਬੰਦੇ ਨੂੰ ਬੋਲਣ ਦੀ ਆਜ਼ਾਦੀ ਦਿੰਦਾ, ਪਰ ਬੋਲਣ ਦੀ ਆਜ਼ਾਦੀ ਉਦੋਂ ਤੱਕ ਹੀ ਆ ਕਿ ਜਦੋਂ ਤੁਹਾਡੇ ਬੋਲਾਂ ਦੇ ਨਾਲ ਕਿਸੇ ਨੂੰ ਕੋਈ ਮਾਨਸਿਕ ਸੱਟ ਜਿਹੜੀ ਆ ਉਹ ਨਾ ਲੱਗਦੀ ਹੋਵੇ। ਤਾਂ ਜਿਸ ਤਰੀਕੇ ਨਾਲ ਸਮੇਂ ਤੇ ਤੁਸੀਂ ਹਰ ਵਿਅਕਤੀ ਨੂੰ, ਹਰ ਔਰਤ ਨੂੰ, ਹਰ ਕੌਮ ਨੂੰ, ਹਰ ਵਰਗ ਨੂੰ ਤੁਸੀਂ ਹਮੇਸ਼ਾ ਟਾਰਗੇਟ ਕਰਦੇ ਜੇ, ਤਾਂ ਫਿਰ ਉਸ ਦਾ ਟਾਰਗੇਟ ਦਾ ਜਵਾਬ ਫਿਰ ਉਹਦਾ ਜਵਾਬ ਤਾਂ ਤੁਹਾਨੂੰ ਦੇਣਾ ਬਣਦਾ। ਤਾਂ ਇਹ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਬੰਬੇ ਵਿਖੇ ਤੁਹਾਡੀ ਕੋਠੀ ਨੂੰ ਕੁਝ ਜਥੇਬੰਦੀਆਂ ਵੱਲੋਂ ਘੇਰਿਆ ਗਿਆ, ਤੁਹਾਡਾ ਵਿਰੋਧ ਪ੍ਰਗਟ ਕੀਤਾ ਗਿਆ ਤੇ ਕੱਲ ਫਿਰ ਕਿਸਾਨ ਬੀਬੀਆਂ ਔਰ ਕਿਸਾਨਾਂ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਤਾਂ ਉਸ ਦਾ ਜਵਾਬ ਦੇਣਾ ਤਾਂ ਫਿਰ ਤੁਹਾਨੂੰ ਬਣਦਾ ਕਿ ਜੇਕਰ ਤੁਸੀਂ ਕਹਿੰਦੇ ਸੀ ਕਿ ਮੈਂ ਔਰਤ ਹਾਂ ਤਾਂ ਫਿਰ ਔਰਤ ਦੀ ਮਰਿਆਦਾ ਇਹ ਵੀ ਆ ਕਿ ਤੁਸੀਂ ਉਹਦੇ ਉੱਤੇ ਕਾਇਮ ਰਹੋ, ਤੁਸੀਂ ਬਿਨਾਂ ਗੱਲ ਤੋਂ ਵਾਦ ਵਿਵਾਦਾਂ ਦਾ ਵਿਸ਼ਾ ਨਾ ਬਣੋ। ਤੁਹਾਡਾ ਕੰਮ ਆ ਫਿਲਮਾਂ ਦੇ ਵਿੱਚ ਅਦਾਕਾਰੀ ਕਰਨੀ, ਅਦਾਕਾਰੀ ਕਰੋ, ਪੈਸੇ ਕਮਾਓ ਤੇ ਆਪੋ ਜ਼ਿੰਦਗੀ ਜਿਹੜੀ ਆ ਉਹ ਕੱਟੋ। ਠੀਕ ਹੈ, ਜੇਕਰ ਤੁਸੀਂ ਰਾਜਨੀਤਿਕ ਪਾਰਟੀ ਵਿੱਚ ਆਉਣਾ, ਇਹ ਤੁਹਾਡਾ ਜਨਮ ਸਿੱਧ ਅਧਿਕਾਰ ਆ, ਤੁਸੀਂ ਕਿਸੇ ਵੀ ਪਾਰਟੀ 'ਚ ਆ ਸਕਦੇ ਜੇ। ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਗਿਆ, ਤੁਸੀਂ ਵੀ ਭਾਜਪਾ ਨੂੰ ਜੁਆਇਨ ਕਰੋ, ਜਮ ਕਰੋ, ਕਿਸੇ ਵੀ ਪਾਰਟੀ ਨੂੰ ਕਰੋ ਤੁਸੀਂ, ਪਰ ਕਿਸੇ ਦੇ ਕੌਮ ਦੇ ਕਿਸੇ ਵੀ ਧਰਮ ਦੇ ਪ੍ਰਤੀ ਤੁਹਾਨੂੰ ਕਿੰਤੂ ਪਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ। ਤੇ ਜੇ ਕਰਦੇ ਜੇ ਤੇ ਫਿਰ ਇਹੋ ਜਿਹੇ ਵਿਰੋਧਾਂ ਦਾ ਤੁਹਾਨੂੰ ਸਾਹਮਣਾ ਕਰਨ ਵਾਸਤੇ ਤਿਆਰ ਹੋਣਾ ਪਏਗਾ। ਤਾਂ ਫਿਰ ਜਦੋਂ ਬੀਬੀ ਜੀ ਦਾ ਕੱਲ ਕੰਗਨਾ ਰਣੌਤ ਦਾ ਵਿਰੋਧ ਹੋਇਆ ਤਾਂ ਅਖੀਰ ਜਦੋਂ ਫਿਰ ਬੇਬਸ ਹੋ ਕੇ ਇਹਨਾਂ ਕੰਗਨਾ ਰਣੌਤ ਗੱਡੀ ਦੇ ਵਿੱਚੋਂ ਤਾਂ ਬਾਹਰ ਨਹੀਂ ਆਏ, ਪਰ ਗੱਡੀ ਵਿੱਚੋਂ ਬਾਹਰ ਆਪਣੀ ਧੌਣ ਕੱਢ ਕੇ, ਆਪਣੀ ਗਰਦਨ ਕੱਢ ਕੇ, ਆਪਣਾ ਹੱਥ ਕੱਢ ਕੇ ਬਾਹਰ ਇਹਨਾਂ ਨੇ ਫਿਰ ਉਹਨਾਂ ਕਿਸਾਨ ਬੀਬੀਆਂ ਕੋਲ ਮਾਫੀ ਮੰਗੀ ਤੇ ਨਾਲ ਇਹ ਗੱਲ ਕਹੀ ਕਿ ਮੈਂ ਉਹ ਬੋਲ ਜਿਹੜੇ ਤੁਹਾਡੇ ਵਾਸਤੇ ਨਹੀਂ ਸਨ ਕਹੇ, ਉਹ ਸ਼ਹੀਨ ਬਾਗ ਦੀਆਂ ਕੁਝ ਔਰਤਾਂ ਵਾਸਤੇ ਕਹੇ ਸੀ। ਚਲੋ ਜੇ ਸ਼ਹੀਨ ਬਾਗ ਦੀਆਂ ਔਰਤਾਂ ਵਾਸਤੇ ਵੀ ਕਿਉਂ ਕਹੇ ਸੀ, ਪਰ ਕਿਉਂ ਕਿ ਉਹ ਵੀ ਤਾਂ ਔਰਤਾਂ ਹਨ,
ਤਾਂ ਤੁਸੀਂ ਵੀ ਇੱਕ ਔਰਤ ਜੇ ਤਾਂ ਤੁਹਾਨੂੰ ਆਪਣੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ। ਖੈਰ ਮਸਲਾ ਜਿਹੜਾ ਉਦੋਂ ਖਤਮ ਹੋ ਗਿਆ ਜਦੋਂ ਫਿਰ ਗੱਡੀ ਵਿੱਚੋਂ ਇਹਨਾਂ ਨੇ ਬਾਹਰ ਨਿਕਲ ਕੇ ਪੰਜਾਬ ਜਿੰਦਾਬਾਦ ਦੇ ਨਾਰੇ ਲਾਏ ਔਰ ਆਪਣੇ ਕੀਤੇ ਬੀਤੇ ਦੌਰ ਵਿੱਚ ਕੀਤੀਆਂ ਗਲਤੀਆਂ ਦੀ ਜਿਹੜੀ ਉਹ ਮਾਫੀ ਮੰਗੀ ਔਰ ਕਿਹਾ ਕਿ ਮੇਰੇ ਕੋਲ ਇਹ ਗਲਤੀ ਹੋਈ ਹੈ। ਤਾਂ ਫਿਰ ਉਹ ਆਪਣੇ ਲਾਮ ਲਸ਼ਕਰ ਦੇ ਨਾਲ ਫਿਰ ਆਪਣੀ ਮੰਜ਼ਿਲ ਦੇ ਵੱਲ ਰਵਾਨਾ ਹੋਏ। ਇਹ ਇੱਕ ਘਟਨਾ ਸੀ। ਤਾਂ ਇਹਦੇ ਉੱਤੇ ਜਦੋਂ ਅਸੀਂ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹਦੇ ਉੱਤੇ ਇਹ ਤੱਥ ਸਾਹਮਣੇ ਆਉਂਦਾ ਕਿ ਕੋਈ ਵੀ ਵਿਅਕਤੀ ਆ ਉਹ ਚਾਹੇ ਕਿਸੇ ਵੀ ਅਹੁਦੇ ਤੇ ਹੋਵੇ ਤਾਂ ਉਸ ਨੂੰ ਬੋਲਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਉਸ ਦੇ ਬੋਲਣਾ ਕਿਸੇ ਦੂਜੇ ਵਿਅਕਤੀ ਨੂੰ ਕਿੰਨਾ ਕੁ ਦੁੱਖ ਹੋਵੇਗਾ, ਕਿੰਨੀ ਕੁ ਤਕਲੀਫ ਹੋਵੇਗੀ। ਤੇ ਸੈਕੰਡਲੀ ਜੇਕਰ ਤੁਸੀਂ ਕਿਸੇ ਖੇਤਰ ਦੀ ਪ੍ਰਤੀਨਿਧਤਾ ਕਰਦੇ ਜੇ ਤਾਂ ਉਸ ਖੇਤਰ ਦੇ ਵਿੱਚ ਤੁਹਾਡਾ ਸਥਾਨ ਕੀ ਹੈ, ਉਸ ਖੇਤਰ ਦਾ ਸਥਾਨ ਜਾਂ ਉਹਦੀ ਅਹਿਮੀਅਤ ਕੀ ਹੈ ਉਹਨੂੰ ਬਰਕਰਾਰ ਰੱਖਣਾ ਤੁਹਾਡਾ ਉਸ ਪ੍ਰਤੀ ਜ਼ਿੰਮੇਵਾਰੀ ਉਸ ਪਾਸੇ ਨਿਰਧਾਰਤ ਹੈ ਕਿ ਨਾ ਕਿ ਇਸ ਤਰੀਕੇ ਨਾਲ ਕਿ ਤੁਸੀਂ ਇੱਕ ਖੇਤਰ ਦੇ ਵਿੱਚ ਇੱਕ ਨਾਮੀ ਕਲਾਕਾਰ ਜੇ ਤੇ ਤੁਹਾਨੂੰ ਇਹ ਅਧਿਕਾਰ ਮਿਲ ਗਿਆ ਕਿ ਤੁਸੀਂ ਹਰ ਮਸਲੇ ਦੇ ਪ੍ਰਤੀ ਬੋਲਣਾ। ਤੇ ਠੀਕ ਹੈ, ਬੋਲਣ ਦੀ ਆਜ਼ਾਦੀ ਹੈਗੀ ਜਿਸ ਤਰੀਕੇ ਨਾਲ ਮੈਂ ਪਹਿਲਾਂ ਕਹੀ ਹੈ, ਪਰ ਇੱਕ ਮਰਿਆਦਾ 'ਚ ਰਹਿ ਕੇ ਬੋਲੋ। ਤਾਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਜੋ ਤੁਸੀਂ ਬੋਲ ਰਹੇ ਜੇ ਕਿ ਕਿਸੇ ਦੂਜੇ ਦੇ ਧਰਮ ਨੂੰ, ਵਰਗ ਨੂੰ ਕੋਈ ਠੇਸ ਤਾਂ ਨਹੀਂ ਪਹੁੰਚਦੀ। ਤਾਂ ਬੀਬੀ ਕੰਗਨਾ ਰਣੌਤ ਤਾਂ ਬੀਤੇ ਸਮੇਂ ਦੇ ਵਿੱਚ ਜਦੋਂ ਵੀ ਬੋਲੇ ਨੇ ਹਮੇਸ਼ਾ ਹਰ ਇੱਕ ਦੀਆਂ ਭਾਵਨਾਵਾਂ ਨਾਲ ਉਹਨਾਂ ਨੇ ਖਿਲਵਾੜ ਕੀਤੀ ਹੈ। ਖੈਰ ਕੱਲ ਦਾ ਜੋ ਇੰਸੀਡੈਂਟ ਕੀਰਤਪੁਰ ਸਾਹਿਬ ਵਿਖੇ ਵਾਪਰਿਆ ਉਹਦੇ ਤੋਂ ਸਹਿਜੇ ਅਨੁਮਾਨ ਲਾਇਆ ਜਾ ਸਕਦਾ ਕਿ ਸ਼ਾਇਦ ਬੀਬੀ ਜੀ ਨੂੰ ਕੋਈ ਅਕਲ ਥੋੜੀ ਜਿਹੀ ਆ ਗਈ ਹੋਵੇ, ਪਰ ਜਿਸ ਤਰੀਕੇ ਨਾਲ ਕੰਗਨਾ ਰਣੌਤ ਦਾ ਸੁਭਾਅ ਹੈ ਮੇਰਾ ਨਹੀਂ ਖਿਆਲ ਕਿ ਇਹ ਜਿਹੜੀ ਅਕਲ ਆ ਕੁਝ ਜ਼ਿਆਦਾ ਸਮਾਂ ਰਹੇਗੀ। ਇਹ ਹਾਰਡਲੀ ਉਸ ਸਮੇਂ ਵਿੱਚੋਂ ਨਿਕਲਣ ਦੀ ਗੱਲ ਸੀ। ਬਾਕੀ ਚਲੋ ਫਿਰ ਵੀ ਉਹ ਇੱਕ ਚੰਗੇ ਅਦਾਕਾਰ ਨੇ, ਚੰਗੇ ਕਲਾਕਾਰ ਨੇ। ਪੰਜਾਬੀ ਮਾਫ ਕਰਨਾ ਹਿੰਦੀ ਸਿਨੇਮਾ ਨੂੰ ਉਹਨਾਂ ਨੇ ਕੁਝ ਯਾਦਗਾਰੀ ਜਿਹੜੀਆਂ ਫਿਲਮਾਂ ਦਿੱਤੀਆਂ ਨੇ ਉਸ ਖੇਤਰ ਵਿੱਚ ਤਾਂ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਪਰ ਬੀਤੇ ਦੌਰ 'ਚ ਜਿਸ ਤਰੀਕੇ ਦਾ ਉਹਨਾਂ ਦਾ ਰੋਲ ਰਿਹਾ ਉਸ ਰੋਲ ਉੱਤੇ ਹਮੇਸ਼ਾ ਉਹ ਵਾਦ ਵਿਵਾਦਾਂ ਦਾ ਸ਼ਿਕਾਰ ਰਹੇ ਨੇ। ਆਸ ਕਰਦੇ ਹਾਂ ਕਿ ਭਵਿੱਖ ਵਿੱਚ ਉਹ ਅਜਿਹੀਆਂ ਚੀਜ਼ਾਂ ਤੋਂ ਬਚਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਰਹਿਣਗੇ। ਤੇ ਜਿਹੜੀ ਤੀਸਰੀ ਖਬਰ ਹੈ ਅੱਜ ਦੀ, ਉਹ ਬੜੀ ਮਹੱਤਵਪੂਰਨ ਖਬਰ ਹੈ। ਉਹ ਹੈ ਕੈਪਟਨ ਅਮਰਿੰਦਰ ਸਿੰਘ ਹੁਣੀ ਅੱਜ ਦਿੱਲੀ ਰਵਾਨਾ ਹੋ ਰਹੇ ਨੇ। ਤੇ ਦਿੱਲੀ ਰਵਾਨਾ ਹੋ ਕੇ ਉਹ ਅੱਜ JP ਨੱਡਾ ਨਾਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੂੰ ਮਿਲਣਗੇ, ਉਹਨਾਂ ਨਾਲ ਮੁਲਾਕਾਤ ਕਰਨਗੇ। ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਭਾਜਪਾ ਦਾ ਜਿਹੜਾ ਪ੍ਰੇਮ ਹੈ ਬੀਤੇ ਲੰਮੇ ਸਮੇਂ ਤੋਂ ਬੜਾ ਵੇਖਣ 'ਚ ਸਾਨੂੰ ਮਿਲਦਾ ਰਿਹਾ ਔਰ ਇਹ ਪ੍ਰੇਮ ਜਿਹੜਾ ਹੈ ਅੱਜ ਆਪਣੇ ਕਿਸੇ ਸਿਖਰ ਤੇ ਜਿਹੜਾ ਪਹੁੰਚੇਗਾ, ਕਿਉਂਕਿ ਹੁਣ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਚੰਡੀਗੜ੍ਹ ਵਿਖੇ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਦਫ਼ਤਰ ਵੀ ਖੋਲ੍ਹ ਲਿਆ, ਪ੍ਰਧਾਨ ਵੀ ਬਣਾ ਲਿਆ। ਤੇ ਅੱਜ ਉਹ ਜਾ ਕੇ JP ਨੱਡਾ ਦੇ ਨਾਲ ਜਿਹੜੀਆਂ 2 ਮਾਰਚ 2022 'ਚ ਚੋਣਾਂ ਹੋਣੀਆਂ ਨੇ ਉਹਨਾਂ ਚੋਣਾਂ ਦੇ ਸੰਦਰਭ ਵਿੱਚ ਜਿਹੜੀ ਸੀਟਾਂ ਦੀ ਵੰਡ ਸੰਬੰਧੀ ਗੱਲ ਕਰਨਗੇ ਔਰ ਭਵਿੱਖ ਦੀ ਅਸੀਂ ਕਹਿ ਸਕਦੇ ਕਿ ਰਣਨੀਤੀ ਸੰਬੰਧੀ ਉਹਨਾਂ ਨੇ ਗੱਲ ਜਿਹੜੀ ਆ ਉਹ ਕਰਨੀ ਹੈਗੀ ਆ। ਹੁਣ ਕੈਪਟਨ ਅਮਰਿੰਦਰ ਸਿੰਘ ਹੁਣੀ ਇੰਨੇ ਕਾਹਲੇ ਕਿਉਂ ਪੈ ਗਏ ਨੇ, ਕਿਉਂਕਿ ਜਿਸ ਤਰੀਕੇ ਨਾਲ ਮਨਜਿੰਦਰ ਸਿੰਘ ਸਿਰਸਾ ਹੁਣੀ ਕਿ ਦੂਜੇ ਪਾਸੇ ਕੱਲ ਪੰਜਾਬ ਦੇ ਸਾਬਕਾ DGP ਜਿਹੜੇ ਨੇ ਸਰਬਜੀਤ ਸਿੰਘ ਵਿਰਕ, ਦੂਜੇ ਮੱਕੜ ਜਿਹੜੇ ਨੇ ਜਲੰਧਰ ਪਿੰਡ ਜਿਹੜੇ ਵਿਧਾਇਕ ਨੇ ਸਾਬਕਾ ਵਿਧਾਇਕ ਉਹ ਗਏ, ਉਹ ਬੜੇ ਵੱਡੇ ਪੱਧਰ ਤੇ ਜਿਹੜੀ ਭਾਜਪਾ ਦੇ ਵਿੱਚ ਇਹ ਸਿੱਖ ਚਿਹਰਿਆਂ ਦੀ ਜਿਹੜੀ ਨੁਮਾਇੰਦਗੀ ਸ਼ਮੂਲੀਅਤ ਜਿਹੜੀ ਹੋ ਰਹੀ ਆ ਤਾਂ ਉਹ ਕਿਤੇ ਜ਼ਿਆਦਾ ਨਾ ਵਜੇ ਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਕਿਤੇ ਫਾੜੇ ਨਾ ਰਹਿ ਜਾਣ। ਇਸ ਕਰਕੇ ਅੱਜ ਦੀ ਜਿਹੜੀ ਮੀਟਿੰਗ ਆ ਉਹ ਉੱਥੇ ਕੀਤੀ ਗਈ ਆ। ਅੱਜ ਸ਼ਾਮ ਤੱਕ ਕੈਪਟਨ ਅਮਰਿੰਦਰ ਸਿੰਘ ਹੁਣੀ JP ਨੱਡਾ ਨੂੰ ਮਿਲ ਕੇ, ਅਮਿਤ ਸ਼ਾਹ ਉਹਨਾਂ ਨੂੰ ਮਿਲ ਕੇ ਹੋ ਸਕਦਾ ਕਿ ਕੋਈ ਅਹਿਮ ਐਲਾਨ ਕਰਨ ਕਿ ਭਵਿੱਖ ਦੇ ਵਿੱਚ ਕਿੰਨੀਆਂ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਮਾਫ ਕਰਨਾ ਚੋਣਾਂ ਲੜੇਗੀ ਤੇ ਕਿੰਨੀਆਂ ਸੀਟਾਂ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਲੜੇਗੀ। ਤੇ ਇਹਦੇ ਨਾਲ ਹੀ ਨਾਲ ਇਹ ਵੀ ਪਤਾ ਲੱਗੇਗਾ ਕਿ ਤੀਜਾ ਧੜਾ ਜਿਹੜਾ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਹੁਣੀ ਬੀਤੇ ਦੌਰ 'ਚ ਕਹਿ ਰਹੇ ਆ ਕਿ ਉਹ ਸਾਡੇ ਨਾਲ ਹੋਏਗਾ, ਮੇਰਾ ਭਾਵ ਸੁਖਦੇਵ ਸਿੰਘ ਢੀਂਡਸਾ ਉਹਨਾਂ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੋਂ ਹੈ, ਕਿ ਉਹ ਕਿੰਨੀਆਂ ਸੀਟਾਂ ਤੇ ਜਿਹੜੀ ਆ ਉਹ ਲੜੇਗੀ। ਸੋ ਅੱਜ ਜਿਹੜੀ ਚੰਡੀਗੜ੍ਹ 'ਚ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਮਾਫ ਕਰਨਾ ਦਿੱਲੀ ਫੇਰੀ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਾਫੀ ਧਿਆਨ ਦਾ ਕੇਂਦਰ ਰਹੇਗੀ। ਦੱਸੇਗੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਹੋਣਾ ਦਾ ਊਠ ਜਿਹੜਾ ਕਿਸ ਕਰਵਟ ਬੈਠਦਾ ਹੈਗਾ। ਇਹ ਵੀ ਹੋ ਸਕਦਾ ਕਿ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਵਿੱਚ ਪਿਛਲੇ ਦੌਰ ਵਿੱਚ ਹਮੇਸ਼ਾ 23 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਚੋਣਾਂ ਲੜਦੀ ਰਹੀ ਹੈ, ਤਾਂ ਹੁਣ 2022 ਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਉਹਨੇ ਕਿਹਾ ਸੀ ਕਿ ਅਸੀਂ 117 ਦੀਆਂ 17 ਸੀਟਾਂ ਤੇ ਚੋਣਾਂ ਲੜਦੀਆਂ ਨੇ, ਤਾਂ ਕੀ ਹੁਣ ਵਾਕਿਆ ਹੀ ਉਹ 117 ਸੀਟਾਂ ਤੇ ਆਪਣੇ ਉਮੀਦਵਾਰ ਭਾਜਪਾ ਦੇ ਉਮੀਦਵਾਰ ਫੁੱਲ ਦੇ ਕਬਰ ਨਿਸ਼ਾਨ ਤੇ ਚੋਣਾਂ ਲੜਨਗੇ, ਜਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜਿਹਦਾ ਅਜੇ ਚੋਣ ਨਿਸ਼ਾਨ ਅਜੇ ਮਿਲਿਆ ਕੋਈ ਨਹੀਂ ਆ ਪਰ ਲੋਕ ਕਾਂਗਰਸ ਪਾਰਟੀ ਬਣ ਗਈ ਕਿ ਉਹਨਾਂ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਅੱਧੀਆਂ ਦੀਆਂ ਸੀਟਾਂ ਲੜਨ ਦਾ ਪ੍ਰੋਗਰਾਮ ਕਰਦੀ ਹੈ, ਜਾਂ ਇਹ ਵੀ ਲੱਗੇਗਾ ਕਿ ਸੰਯੁਕਤ ਅਕਾਲੀ ਦਲ ਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਕਿੰਨੀਆਂ ਸੀਟਾਂ ਦੇਣ ਵਾਸਤੇ ਤਿਆਰ ਹੈਗੀ ਆ। ਇਹ ਗੱਲਾਂ ਦਾ ਜਿਹੜਾ ਅੱਜ ਪੂਰਨ ਤੌਰ ਤੇ ਪਤਾ ਜਿਹੜਾ ਲੱਗੇਗਾ। ਬਾਕੀ
ਭਾਰਤੀ ਜਨਤਾ ਪਾਰਟੀ ਦੀ ਇੱਕ ਮਜਬੂਰੀ ਇਹ ਹੈ ਕਿ ਭਾਜਪਾ ਨੂੰ ਇਸ ਵੇਲੇ ਸਿੱਖ ਚਿਹਰਿਆਂ ਦੀ ਲੋੜ ਆ, ਤੇ ਉਹ ਸਿੱਖ ਚਿਹਰੇ ਜਿਹੜੇ ਨੇ ਇਹੋ ਜਿਹੇ ਦਮਦਾਰ ਚਿਹਰੇ, ਚਾਹੇ ਉਹ ਜੇਕਰ ਸੁਖਦੇਵ ਸਿੰਘ ਢੀਂਡਸਾ ਜਾਂਦੇ ਨੇ ਤਾਂ ਫਿਰ ਪਰਮਿੰਦਰ ਸਿੰਘ ਢੀਂਡਸਾ ਵੀ ਜਾਂਦੇ, ਨੌਜਵਾਨ ਵਰਗ ਜਾਂਦਾ, ਜੇ ਕੈਪਟਨ ਅਮਰਿੰਦਰ ਸਿੰਘ ਹੁਣੀ ਜਾਂਦੇ ਨੇ ਦੂਜੇ ਪਾਸੇ ਤਾਂ ਫਿਰ ਮਹਾਰਾਣੀ ਪ੍ਰਦੀਪ ਕੌਰ ਵੀ ਜਾਂਦੇ ਨੇ। ਦੂਜੇ ਇਹਦੇ ਨਾਲ ਹੀ ਜਿਸ ਤਰੀਕੇ ਨਾਲ ਫਿਰ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਚੋਂ ਚਲੇ ਜਾ ਚੁੱਕੇ ਨੇ। ਹੁਣ ਇਹ ਵੀ ਪਤਾ ਲੱਗਾ ਕਿ ਪ੍ਰੇਮ ਸਿੰਘ ਚੰਦੂਮਾਜਰੇ ਹੁਣੀ ਵੀ ਜਾਣ ਦੀ ਤਿਆਰੀ ਵਿੱਚ ਨੇ। ਬੜੇ ਕੁਝ ਨੇਤਾ ਦੇ ਇਹੋ ਜਿਹਿਆਂ ਦੇ ਨਾਮ ਜਿਹੜੇ ਨੇ ਉਹ ਆ ਰਹੇ ਨੇ ਕਿ ਜਿਹੜੇ ਆਉਂਦਿਆਂ ਦਿਨਾਂ 'ਚ ਭਾਜਪਾ ਦੀ ਬੱਸ ਦੇ ਵਿੱਚ ਸਵਾਰ ਹੋ ਸਕਦੇ ਨੇ। ਤੇ ਭਾਜਪਾ ਜਿਹੜੀ ਆ ਇਸ ਵੇਲੇ ਇੱਕ ਮਜ਼ਬੂਤ ਆਧਾਰ ਲੈ ਕੇ 117 ਸੀਟਾਂ ਤੇ ਲੜਨ ਦਾ ਜੇਕਰ ਮੂਡ ਬਣਾ ਕੇ ਆਉਂਦੀ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕਿੱਥੋਂ ਤੱਕ ਰੱਖਦੀ ਆ। ਇਹ ਜਿਹੜਾ ਵੇਖਣ ਵਾਲਾ ਅੱਜ ਦੀ ਮੀਟਿੰਗ ਦੇ ਵਿੱਚ ਧਿਆਨ ਰਹੇਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਹੁਣ ਕੀ ਇੱਕ ਆਪਣੀ ਇੰਡੀਪੈਂਡੈਂਟ ਹੋਂਦ ਨੂੰ ਲੈ ਕੇ ਲੜਾਈ ਲੜੇਗੀ ਜਾਂ ਅਜੇ ਵੀ ਉਹ ਕਿਸੇ ਪਾਰਟੀ ਦਾ ਸਹਾਰਾ ਲੱਭੇਗੀ। ਪਰ ਸਾਡੀ ਜਾਚੀ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਨਾਲ ਲੈ ਕੇ ਚੱਲੇਗੀ, ਪਰ ਜ਼ਿਆਦਾ ਸੀਟਾਂ ਤੇ ਉਹ ਆਪ ਲੜੇਗੀ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਉਹ ਕੁਝ ਘੱਟ ਸੀਟਾਂ ਦੇਗੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਆਪਣਾ ਕੇਡਰ ਹੈ, ਇੱਕ ਆਪਣਾ ਵਰਗ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣਾ ਜਿਹੜਾ ਕੇਡਰ ਉਹ ਸਥਾਪਿਤ ਕਰਨਾ। ਉਹ ਕਹਿ ਰਹੇ ਨੇ ਕਿ ਇੱਕ ਵਾਰੀ ਕੋਡ ਆਫ ਕੰਡਕਟ ਲੱਗ ਲੈਣ ਤੋਂ ਫਿਰ ਵੇਖੋ ਕਿ ਵੱਡੀਆਂ ਪਾਰਟੀਆਂ 'ਚ ਕਿਸ ਤਰ੍ਹਾਂ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਮੂਲੀਅਤ ਹੁੰਦੀ ਹੈ। ਤਾਂ ਖੈਰ ਇਸ ਤਰ੍ਹਾਂ ਵੀ ਹੋ ਸਕਦਾ ਕਿ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਵਜੋਂ ਕੈਪਟਨ ਅਮਰਿੰਦਰ ਸਿੰਘ ਹੋਣੀ ਆਪਣਾ ਕੰਮ ਕਰਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਬੀਤੇ ਦੌਰ 'ਚ ਇਹ ਇਤਿਹਾਸ ਰਿਹਾ। ਜੇ 1992 ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪੰਥਕ ਕਾਬਲ ਬਣਾਇਆ ਸੀ ਤੇ ਉਹਦੇ ਵਿੱਚੋਂ ਕੇਵਲ ਉਹਨਾਂ ਨੇ ਆਪ ਹੀ ਸੀਟ ਜਿੱਤੀ, ਆਪਣੀ ਉਹਨਾਂ ਨੇ ਹੋਂਦ ਕਾਇਮ ਰੱਖੀ ਤੇ 1997 ਤੱਕ ਆਉਂਦਿਆਂ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਾਬਲੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਤੇ ਉਹ ਖਤਮ ਹੋ ਗਿਆ। ਤੇ ਇਸੇ ਤਰ੍ਹਾਂ ਲੱਗਦਾ ਕਿ ਚੋਣਾਂ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੁਣੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਨਾਮ ਤੇ ਲੜਨ, ਤੇ ਜੇ ਮੰਨ ਲਓ ਸਥਿਤੀ ਕੁਝ ਬਿਹਤਰ ਹੋ ਗਈ ਤਾਂ ਜਿਹੜੀ ਫਿਰ ਲੋਕ ਕਾਂਗਰਸ ਪਾਰਟੀ ਆ ਇਹ ਜਾ ਸਕਦੀ ਆ ਭਾਰਤੀ ਜਨਤਾ ਪਾਰਟੀ 'ਚ ਸ਼ਮੂਲੀਅਤ ਇਸ ਦੀ ਵਿਲੀਨ ਹੋ ਜਾਵੇ। ਖੈਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਖੈਰ ਇਹਨਾਂ 3 ਖਬਰਾਂ ਦੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝ ਪਾਈ ਹੈ। ਸ਼ਾਮ ਨੂੰ ਫਿਰ ਇੱਕ ਵਾਰੀ ਦਰਸ਼ਕਾਂ ਦੇ ਰੂਬਰੂ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।